I do the same thing I told you that I never would. I told you I changed. हाँ जी, ਵੈਲਕਮ ਅੱਜ ਤੁਹਾਡੇ ਸਾਰਿਆਂ ਦਾ ਆਪਣੇ ਚੈਨਲ 'ਤੇ। ਅੱਜ ਆਪਾਂ ਕਰਦੇ ਹਾਂ ਇਕਨੋਮਿਕਸ ਦਾ ਸੈਕਿੰਡ ਪਾਰਟ, ਜਿਹਦੇ ਵਿੱਚ GDP ਅਤੇ ਜਿੰਨੇ ਵੀ 5 ਈਅਰ ਪਲਾਨ ਆਏ ਹੋਏ ਨੇ ਬਾਕੀ ਦੀ ਇਕਨੋਮਿਕਸ ਦੀ ਆਪਾਂ ਫਟਾਫਟ ਕੁਇੱਕ ਰਿਵੀਜ਼ਨ ਕਰਾਂਗੇ, ਠੀਕ ਹੈ। ਤਾਂ ਧਿਆਨ ਨਾਲ ਸੁਣਿਓ। ਜੇ ਤੁਹਾਨੂੰ ਮੇਰੀ ਆਵਾਜ਼ ਥੋੜ੍ਹੀ ਤੇਜ਼ ਲੱਗੀ ਤਾਂ ਐਂ ਕਰਿਓ, ਤੁਸੀਂ ਸਪੀਡ ਸਲੋ ਕਰ ਲਿਓ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ GDP ਦੀ। GDP ਕੀ ਹੁੰਦੀ ਹੈ? ਟੋਟਲ ਵੈਲਿਊ ਆਫ ਆਲ ਦੀ ਗੁੱਡਸ ਐਂਡ ਸਰਵਿਸਿਜ਼ ਪ੍ਰੋਡਿਊਸਡ ਇਨ ਅ ਕੰਟਰੀ ਇਨ ਵਨ। ਇੱਕ ਸਾਲ ਦੇ ਵਿੱਚ ਅਸੀਂ ਕਿੰਨੀ ਕੀ ਹੈ ਗੁੱਡਸ ਪ੍ਰੋਡਿਊਸ ਹੋਈ, ਕਿੰਨੀਆਂ ਅਸੀਂ ਸਰਵਿਸਿਜ਼ ਪ੍ਰੋਡਿਊਸ ਕੀਤੀਆਂ, ਉਹਨਾਂ ਸਾਰਿਆਂ ਦੀ ਜਿਹੜੀ ਟੋਟਲ ਵੈਲਿਊ ਆਉਂਦੀ ਹੈ, ਠੀਕ ਹੈ। ਸਾਰਿਆਂ ਦਾ ਵਧਾ ਘਟਾ ਕੇ ਨੁਕਸਾਨ ਕਿੰਨਾ ਲਾਭ ਹੋਇਆ, ਸਾਰਾ ਇੱਕ ਘਟਾ ਵਧਾ ਕੇ ਜਿੰਨੀ ਸਾਡੇ ਕੋਲ ਟੋਟਲ ਵੈਲਿਊ ਬਚਦੀ ਹੈ ਉਹ ਕੀ ਹੁੰਦੀ ਹੈ? GDP ਹੁੰਦੀ ਹੈ। ਹੁਣ GDP ਹੈ, GDP ਨੂੰ ਕੈਲਕੂਲੇਟ ਕਰਨ ਲਈ ਕਿ ਕੋਈ ਤਾਂ ਕਰੂਗਾ ਨਾ GDP ਨੂੰ, ਉਹਦੇ ਵਾਸਤੇ ਕੀ ਬਣਾਇਆ ਗਿਆ? CSO ਬਣਾਇਆ ਗਿਆ, ਜਿਹੜਾ ਕਿ ਇਹ GDP ਨੂੰ ਕੈਲਕੂਲੇਟ ਕਰਦਾ ਹੈ। CSO ਕੀ ਹੈ? ਸੈਂਟਰਲ ਸਟੈਟਿਸਟਿਕ ਆਫਿਸ। ਇਹਦੇ ਵਿੱਚ ਕੀ ਹੁੰਦਾ ਹੈਗਾ? ਇਹਦੇ ਵਿੱਚ ਜਿਹੜਾ ਕਿ GDP ਨੂੰ ਕੀ ਕਰਦਾ ਹੈ? ਕੈਲਕੂਲੇਟ ਕਰਦਾ ਹੈ। MOSPI ਮਿਨਿਸਟਰੀ ਆਫ ਸਟੈਟਿਕਸ ਐਂਡ ਪ੍ਰੋਗਰਾਮ ਇੰਪਲੀਮੈਂਟੇਸ਼ਨ ਇਸਟੈਬਲਿਸ਼ਡ ਹੋਈ ਸੀ 2 ਮਈ 1951 ਨੂੰ। ਹੈੱਡਕੁਆਟਰ ਇਹਦਾ ਨਿਊ ਦਿੱਲੀ ਦੇ ਵਿੱਚ ਹੈ। ਮਿਨਿਸਟਰ ਰਿਸਪੋਂਸੀਬਲ ਹੈਗਾ ਜਿਹੜਾ ਰਾਓ ਇੰਦਰਜੀਤ ਸਿੰਘ ਹੈ। ਉਸ ਤੋਂ ਬਾਅਦ ਕੀ ਹੈ? ਇੰਡੀਅਨ ਇਕਨੋਮੀ ਫਰੋਮ 1950 to 1990। ਅਤੇ ਦੇਖੋ, ਜਿਹੜੀ ਇੰਡੀਅਨ ਇਕਨੋਮੀ ਆਪਾਂ ਪਿਛਲੀ ਵੀਡੀਓ ਦੇ ਵਿੱਚ ਵੀ ਕਿਹਾ ਸੀ, ਇੰਡੀਅਨ ਇਕਨੋਮੀ ਕਿਸ ਟਾਈਪ ਦੀ ਇਕਨੋਮੀ ਹੈਗੀ? ਮਿਕਸਡ ਇਕਨੋਮੀ ਹੈਗੀ। ਮਿਕਸਡ ਇਕਨੋਮੀ ਮਤਲਬ ਕੀ ਹੈ? ਇਹਦੇ ਵਿੱਚ ਗੌਰਮੈਂਟ ਅਤੇ ਪ੍ਰਾਈਵੇਟ ਦੋਨੋਂ ਸੈਕਟਰ ਕੀ ਹੈ ਮਿਲ ਕੇ ਕੰਮ ਕਰਦੇ ਨੇ, ਠੀਕ ਹੈ। ਇਹਦੇ ਵਿੱਚ ਕੀ ਹੈ? 5 ਈਅਰ ਪਲਾਨ ਇੰਟਰੋਡਿਊਸ, ਜਿਹੜੇ 5 ਸਾਲਾਂ ਦੇ ਪਲਾਨ ਬਣਾਉਣ ਦੀ ਜਿਹੜੀ ਗੱਲ ਸੀ, ਉਹ ਆਈਡੀਆ ਕਿਹਨੇ ਇੰਟਰੋਡਿਊਸ ਕੀਤਾ ਸੀ? ਜਵਾਹਰ ਲਾਲ ਨਹਿਰੂ ਜੀ ਨੇ, ਠੀਕ ਹੈ। ਉਸ ਤੋਂ ਬਾਅਦ ਉਹਨਾਂ ਨੇ ਪਲੈਨਿੰਗ ਕਮਿਸ਼ਨ ਬਣਾਇਆ ਸੀ। ਪਲੈਨਿੰਗ ਕਮਿਸ਼ਨ ਵੀ ਕਿਹਨੇ ਬਣਾਇਆ? ਜਵਾਹਰ ਲਾਲ ਨਹਿਰੂ ਨੇ। ਉਸ ਤੋਂ ਬਾਅਦ ਜਿਹੜਾ ਅਸੀਂ ਇਹ ਆਈਡੀਆ ਵੀ 5 ਈਅਰ ਪਲਾਨ ਬਣਾਉਣ ਦਾ ਆਈਡੀਆ ਸੀ, USSR ਜਾਂ ਕਹਿ ਲਓ ਰਸ਼ੀਆ, ਇਹਨਾਂ ਤੋਂ ਕੀ ਹੈ ਅਸੀਂ ਇਹ ਆਈਡੀਆ ਕੀ ਹੈ ਲਿਆ ਸੀਗਾ, ਓਕੇ। ਉਸ ਤੋਂ ਬਾਅਦ ਇਕਨੋਮਿਕ ਪਲੈਨਿੰਗ ਇਨ ਇੰਡੀਆ, ਵੀ ਜਿਹੜੇ ਆਜ਼ਾਦੀ ਤੋਂ ਪਹਿਲਾਂ ਮਤਲਬ 1950 ਤੋਂ ਪਹਿਲਾਂ ਕਿਸ ਟਾਈਪ ਦੀ ਅਸੀਂ ਇਕਨੋਮੀ ਪਲੈਨਿੰਗ ਸੀਗੀ, ਵੀ ਇਹ ਤਾਂ ਆਜ਼ਾਦੀ ਤੋਂ ਬਾਅਦ ਜਿਹੜੀ ਹੈ ਪਲੈਨਿੰਗ ਹੈਗੀ ਹੈ ਨਾ, ਉਹ ਤਾਂ ਜਵਾਹਰ ਲਾਲ ਨਹਿਰੂ ਜੀ ਨੇ ਦੇ ਦਿੱਤੀ ਸੀ। ਉਸ ਤੋਂ ਪਹਿਲਾਂ ਕਿਵੇਂ ਸੀ? 1934 ਦੇ ਵਿੱਚ ਕੀ ਸੀਗਾ? ਪ੍ਰਪੋਜ਼ਲ ਆਫ ਪਲੈਨਿੰਗ, ਫਸਟ ਟਾਈਮ ਇਨ ਦੀ ਪਲੈਨਿੰਗ ਇਕਨੋਮੀ ਆਫ ਇੰਡੀਆ, ਰਿਟਨ ਬਾਏ ਵਿਸ਼ਵਵਰਿਆ। ਪਲੈਨਿੰਗ ਇਕਨੋਮੀ ਆਫ ਇੰਡੀਆ ਇਹ ਬੁੱਕ ਹੈਗੀ, ਕਿਹਨੇ ਲਿਖੀ ਹੈ? ਵਿਸ਼ਵਾਵਰਿਆ ਨੇ। ਇਹਨੂੰ ਤੁਸੀਂ ਨੋਟ ਕਰ ਲਿਓ, ਅੰਡਰਲਾਈਨ ਚੰਗੀ ਤਰ੍ਹਾਂ, ਇੰਪੋਰਟੈਂਟ, ਕਈ ਵਾਰ ਆ ਸਕਦੀ ਹੈ, ਇਹ ਆ ਹੀ ਸਕਦੀ ਹੈ। 1934 ਦੇ ਵਿੱਚ ਲਿਖੀ ਗਈ ਹੈ, ਓਕੇ। ਉਸ ਤੋਂ ਬਾਅਦ 1938 ਦੇ ਵਿੱਚ ਕੀ ਹੈ? ਇੰਟਰਨੈਸ਼ਨਲ, ਇਹ ਉਹਨਾਂ ਦਾ ਵੀ ਸੇਮ ਹੀ ਸੀ ਵੀ ਇਹਦੇ ਵਾਂਗੂ ਹੀ ਚੱਲੋ, 1934 ਵਾਂਗੂ। ਉਸ ਤੋਂ ਬਾਅਦ 1944 ਦੇ ਵਿੱਚ ਕੀ ਹੈ? ਬੰਬੇ ਪਲਾਨ ਐਫਰਟਸ ਮੇਡ ਬਾਈ ਇੰਡਸਟਰੀਅਲਿਸਟ। 1944 ਦੇ ਵਿੱਚ ਹੀ ਗਾਂਧੀਅਨ ਪਲਾਨ ਆਇਆ, ਕਿਹਨੇ ਦਿੱਤਾ ਸੀ? ਸਿਰਮਨ ਨਾਰਾਇਣ ਨੇ। 1944 ਦੇ ਵਿੱਚ ਪੀਪਲਸ ਪਲਾਨ ਆਇਆ, ਜਿਹੜਾ ਕਿ MN ਰॉय ਨੇ ਦਿੱਤਾ। ਇਹ ਇੰਪੋਰਟੈਂਟ ਹੈ ਥੋੜ੍ਹਾ, ਠੀਕ ਹੈ। ਉਸ ਤੋਂ ਬਾਅਦ 1950 ਦੇ ਵਿੱਚ ਸਰਵੋਦਿਆ ਪਲਾਨ ਆਇਆ, ਜਿਹੜਾ ਕਿ JP ਨਾਰਾਇਣ ਨੇ ਦਿੱਤਾ ਸੀ। ਉਸ ਤੋਂ ਬਾਅਦ ਜਿਹੜਾ ਫਾਈਨਲ ਪਲੈਨਿੰਗ ਕਮਿਸ਼ਨ ਆਏਗਾ ਉਹ ਜਵਾਹਰ ਲਾਲ ਨਹਿਰੂ ਜੀ ਨੇ ਦਿੱਤਾ ਹੈ, ਠੀਕ ਹੈ। ਜਵਾਹਰ ਲਾਲ ਨਹਿਰੂ ਜੀ ਨੇ ਜਿਹੜਾ ਪਲੈਨਿੰਗ ਕਮਿਸ਼ਨ ਬਣਾਇਆ, ਕਦੋਂ ਬਣਾਇਆ? 15 ਮਾਰਚ 1950 ਨੂੰ। ਇਹ ਕੀ ਹੈ? ਨੋਨ ਕੌਂਸਟੀਟਿਊਸ਼ਨਲ ਹੈ, ਐਡਵਾਈਜ਼ਰੀ ਬੋਡੀ ਹੈ, ਮਤਲਬ ਇਹ ਕੌਂਸਟੀਟਿਊਟ ਦਾ ਪਾਰਟ ਨਹੀਂ, ਮਤਲਬ ਸੰਵਿਧਾਨ ਦਾ ਇਹ ਕੀ ਅੰਗ ਨਹੀਂ ਹੈਗਾ ਪਲੈਨਿੰਗ ਕਮਿਸ਼ਨ। ਇਹਦਾ ਐਕਸ ਓਫੀਸ਼ੀਓ ਚੇਅਰਮੈਨ ਕੌਣ ਹੁੰਦਾ ਹੈਗਾ? PM, ਮਤਲਬ ਪ੍ਰਧਾਨ ਮੰਤਰੀ ਹੁੰਦਾ ਹੈ। ਇਹਨੂੰ ਇਟ ਵਾਜ਼ ਡਿਜ਼ੋਲਵਡ ਔਨ, ਇਹਨੂੰ ਕੀ ਹੈ 5 ਈਅਰ ਪਲਾਨ ਨੂੰ ਭੰਗ ਕਦੋਂ ਕੀਤਾ ਗਿਆ ਸੀ? 13 ਅਗਸਤ 2014, ਜਦੋਂ ਕਿ ਇਹ ਮੋਦੀ ਦੀ ਸਰਕਾਰ ਹੈ, ਉਹਨਾਂ ਨੇ 5 ਈਅਰ ਪਲਾਨ ਇਹਨੂੰ ਭੰਗ ਕਰ ਦਿੱਤਾ ਸੀ। ਉਹ ਕੀ ਨਵਾਂ ਲੈ ਕੇ ਆਏ ਨੇ? ਨੀਤੀ ਆਯੋਗ, ਉਹਨਾਂ ਨੇ ਨੀਤੀ ਆਯੋਗ ਸ਼ੁਰੂ ਕੀਤਾ, ਠੀਕ ਹੈ। 5 ਈਅਰ ਪਲਾਨਸ ਨੂੰ ਕੀ ਕਰਤਾ? ਭੰਗ ਕਰਤਾ ਸੀ। ਜਿਹੜੇ 5 ਈਅਰ ਪਲਾਨ ਨੇ 1951 ਤੋਂ ਲੈ ਕੇ 2012 ਤੱਕ ਕੀ 12 ਪਲਾਨ ਆਏ ਹੋਏ ਨੇ। ਇਹਨਾਂ ਦੇ ਤੁਸੀਂ ਡੇਟਸ ਪੱਕਾ ਯਾਦ ਕਰ ਲਿਓ, ਅਤੇ ਡੇਟਸ ਦਾ ਪੱਕਾ ਯਾਦ ਹੀ ਕਰ ਲਿਓ ਵੀ ਸੀਰੀਅਲ ਵਾਈਜ਼ ਵੀ ਕਦੋਂ ਤੋਂ ਕਿੰਨੇ ਤੱਕ ਦਾ ਸੀ, ਠੀਕ ਹੈ। ਇਹਦੇ ਵਿੱਚ ਕੁਛ ਉਹ ਨਹੀਂ ਮੈਂ ਦੱਸ ਸਕਦੀ। ਅਤੇ ਇਹਨੂੰ ਰੀਪਲੇਸ ਕਰਤਾ ਸੀ ਨੀਤੀ ਆਯੋਗ ਨਾਲ, ਤਾਂ ਮੈਂ ਤੁਹਾਨੂੰ ਦੱਸ ਹੀ ਚੁੱਕੀ ਹਾਂ। ਉਸ ਤੋਂ ਬਾਅਦ NDC ਵਾਜ਼ ਆ ਬੋਡੀ ਟੂ ਓਵਰਵਿਊ ਐਂਡ ਅਪਰੂਵ 5 ਈਅਰ ਪਲਾਨ। ਜਿਹੜੀ NDC ਕੋਈ ਬਣਾਈ ਹੋਈ ਹੈ ਇਹਨਾਂ ਨੇ, ਨੈਸ਼ਨਲ ਡਿਵੈਲਪਮੈਂਟ ਕਮਿਸ਼ਨ ਬਣਾਇਆ ਹੋਇਆ, ਜਿਹੜਾ ਕਿ ਓਵਰਵਿਊ ਕਰਕੇ ਦੱਸਦਾ ਹੈ ਵੀ ਕੀ ਕੁਛ ਹੋਏਗਾ 5 ਸਾਲ ਦੇ ਵਿੱਚ। ਉਸ ਤੋਂ ਬਾਅਦ ਨੀਤੀ ਆਯੋਗ ਦੀ ਗੱਲ ਕਰ ਰਹੇ। ਨੀਤੀ ਆਯੋਗ ਮੈਂ ਤੁਹਾਨੂੰ ਦੱਸੀ, ਜਦੋਂ ਮੋਦੀ ਸਰਕਾਰ ਆਈ ਹੈ ਉਦੋਂ ਹੀ ਕੀ ਆਏਗਾ? ਨੀਤੀ ਆਯੋਗ ਨੂੰ ਉਹ ਲੈ ਕੇ ਆਏ ਨੇ। ਨੀਤੀ ਦੀ ਫੁੱਲ ਫਾਰਮ ਕੀ ਹੈ? ਨੈਸ਼ਨਲ ਇੰਸਟੀਟਿਊਸ਼ਨ ਫਾਰ ਟਰਾਂਸਫਾਰਮਿੰਗ ਇੰਡੀਆ, ਠੀਕ ਹੈ। ਪਬਲਿਕ ਪੋਲਿਸੀ ਹੈ ਇਹ, GOI ਗੌਰਮੈਂਟ ਆਫ ਇੰਡੀਆ ਨੇ ਬਣਾਈ ਹੈ। ਐਸਟੈਬਲਿਸ਼ਡ ਵਿਦ ਦੀ ਏਮ ਟੂ ਅਚੀਵ ਸਸਟੇਨੇਬਲ ਡਿਵੈਲਪਮੈਂਟ ਗੋਲਸ, ਠੀਕ ਹੈ। ਡਿਵੈਲਪਮੈਂਟ ਗੋਲਸ ਨੂੰ ਅਸੀਂ ਅਚੀਵ ਕਰ ਲਈਏ, ਇਹਦੇ ਵਾਸਤੇ ਇਹਨਾਂ ਨੂੰ ਬਣਾਇਆ ਗਿਆ। ਕਦੋਂ ਬਣਾਇਆ ਗਿਆ? ਇਹਦੀ ਡੇਟ ਪੱਕਾ ਯਾਦ ਕਰ ਲਓ, 1 ਜਨਵਰੀ 2015। ਉਸ ਤੋਂ ਬਾਅਦ ਹੈੱਡਕੁਆਟਰ ਕਿੱਥੇ ਹੈ ਇਹਦਾ? ਨਿਊ ਦਿੱਲੀ ਦੇ ਵਿੱਚ ਹੈ। ਉਸ ਤੋਂ ਬਾਅਦ ਨੀਤੀ ਆਯੋਗ ਦੀ ਕੌਂਸਲ ਦੇ ਵਿੱਚ ਮੈਂਬਰ ਕਿਹੜੇ ਹੁੰਦੇ ਨੇ? ਇੱਕ ਤਾਂ ਸਾਰੀਆਂ ਸਟੇਟ ਦੇ CM ਹੁੰਦੇ ਨੇ, CM ਦੇ ਨਾਲ ਹੋਰ CM ਦੀ ਦਿੱਲੀ ਅਤੇ ਪੁਡੂਚੇਰੀ ਦਾ ਵੀ CM ਆਉਂਦਾ ਹੈ।
ਤੇ ਉਸ ਤੋਂ ਬਾਅਦ ਆਉਂਦੇ ਨੇ ਇਹਦੇ ਵਿੱਚ LG ਆਫ ਆਲ UTs, ਠੀਕ ਹੈ। ਲੈਜਿਸਲੇਟਿਵ ਗਵਰਨਰ ਜਿਹੜੇ ਹੁੰਦੇ ਨੇ ਕਿ ਲੈਫਟੀਨੈਂਟ ਗਵਰਨਰ ਹੁੰਦੇ UTs ਦੇ ਸਾਰਿਆਂ ਦੇ, ਉਹ ਆਉਂਦੇ ਨੇ। ਵਾਈਸ ਚੇਅਰਮੈਨ ਆਉਂਦੇ ਨੇ ਜਿਹੜੇ ਪ੍ਰਧਾਨ ਮੰਤਰੀ ਕਰਦਾ, ਨੋਮੀਨੇਟ ਕਰਦਾ। ਇਨ ਐਡੀਸ਼ਨ ਟੈਂਪਰੇਰੀ ਮੈਂਬਰਸ ਵੀ ਆਉਂਦੇ ਨੇ ਜਿਹੜੀ ਸਿਲੈਕਟ ਕਰੇ ਜਾਂਦੇ ਨੇ। ਲੀਡਿੰਗ ਯੂਨੀਵਰਸਿਟੀਜ਼ ਐਂਡ ਰਿਸਰਚ ਇੰਸਟੀਟਿਊਸ਼ਨ, ਜਿਹੜੇ ਯੂਨੀਵਰਸਿਟੀਆਂ ਅਤੇ ਇੰਸਟੀਟਿਊਸ਼ਨ ਦੇ ਵਿੱਚੋਂ ਸਿਲੈਕਟ ਕਰਦੇ ਨੇ ਟੈਂਪਰੇਰੀ ਮੈਂਬਰਾਂ ਨੂੰ। ਅਤੇ 4 ਇਹਦੇ ਐਕਸ ਓਫੀਸ਼ੀਅਲ ਮੈਂਬਰ ਹੁੰਦੇ ਨੇ, 1 ਚੀਫ ਐਗਜ਼ੀਕਿਊਟਿਵ ਹੁੰਦਾ ਅਤੇ 2 ਕੀ ਹੈ ਪਾਰਟ ਟਾਈਮ ਇਹਦੇ ਮੈਂਬਰ ਹੁੰਦੇ ਨੇ। ਇਹ ਸਾਰਾ ਨੀਤੀ ਆਯੋਗ ਦਾ ਕੰਸੈਪਟ ਸੀ, ਇਹ ਆਪਾਂ ਨੇ ਹੁਣ ਕਲੀਅਰ ਕੱਟ ਕਰਤਾ ਫਟਾਫਟ। ਹੁਣ ਅਸੀਂ 5 ਈਅਰ ਪਲਾਨ ਨੇ ਜਿਹੜੇ 12 5 ਈਅਰ ਪਲਾਨ ਨੇ, ਉਹਨਾਂ ਦੀਆਂ ਤੁਸੀਂ ਡੇਟਸ ਕੀ ਹੈ ਨਾਲ ਨੋਟ ਕਰਨੀਆਂ, ਨਾਲ ਕਰ ਲਓ, ਨਹੀਂ ਫਿਰ ਇਹਨੂੰ ਦਿਮਾਗ ਦੇ ਵਿੱਚ ਬਿਠਾਈ ਚੱਲਿਓ। ਪਹਿਲਾ 5 ਈਅਰ ਪਲਾਨ ਆਇਆ 1951 ਤੋਂ ਲੈ ਕੇ 1956 ਤੱਕ। ਜਿਹੜੇ ਵੀ 5 ਈਅਰ ਪਲਾਨ ਹੈ ਕਿਸੇ ਮੋਡਲ 'ਤੇ ਬੇਸ ਨਹੀਂ। ਜਿਹੜਾ ਪਹਿਲਾ 5 ਈਅਰ ਪਲਾਨ ਹੈ ਇਹ ਹੈਰੋਡ ਡੋਮਰ ਮੋਡਲ ਦੇ ਉੱਤੇ ਬੇਸ ਹੈ। ਬਾਕੀ ਇਹਦੀ ਥੋੜ੍ਹੀ ਥਿਓਰੀ ਹੈ, ਇਹ ਤੁਸੀਂ ਖੁਦ ਵੀ ਰੀਡ ਕਰ ਸਕਦੇ ਹੋ। ਇਹ ਆਪਾਂ ਫਟਾਫਟ ਕੁਇਕ ਰੀਜ਼ਨ ਕਰ ਰਹੇ, ਜਿਹੜੀ ਕਿ ਮੈਂ ਮੇਨ ਪੁਆਇੰਟ ਦੱਸ ਰਹੀ ਹਾਂ, ਠੀਕ ਹੈ। ਉਦੋਂ ਇਹਦੇ ਵਿੱਚ ਕੀ ਹੈ 1956 ਦੇ ਵਿੱਚ ਐਟ ਦੇ ਐਂਡ ਆਪਾਂ IIT ਯੂਨੀਵਰਸਿਟੀ ਵੀ ਬਣਾਈਆਂ ਸੀਗੀਆਂ, ਅਤੇ ਹੋਰ ਭਾਖੜਾ ਨੰਗਲ ਪ੍ਰੋਜੈਕਟ, ਹੀਰਾਕੁੰਡ, ਮੈਥੂਰ ਡੈਮ, ਦਮੋਦਰ ਵੈਲੀ ਡੈਮ, ਇਹ ਸਾਰੇ ਕੀ ਇਨੀਸ਼ੀਏਟ ਕੀਤੇ ਗਏ 1951 ਤੋਂ 1956 ਦੇ ਵਿੱਚ। ਅਤੇ ਇਹਦੇ ਵਿੱਚ ਕੀ ਪ੍ਰਾਇਮਰੀ ਸੈਕਟਰ 'ਤੇ ਕੀ ਹੈ ਮੇਨ ਫੋਕਸ ਰੱਖਿਆ ਸੀ, ਜਿਹੜਾ ਪਹਿਲਾ 5 ਈਅਰ ਪਲਾਨ ਸੀਗਾ, ਠੀਕ ਹੈ। ਉਸ ਤੋਂ ਬਾਅਦ ਆਪਾਂ ਸੈਕਿੰਡ 5 ਈਅਰ ਪਲਾਨ ਦੇਖਦੇ 1956 ਤੋਂ 1961 ਦੇ ਵਿੱਚ। ਇਹ ਡੇਟ ਯਾਦ ਰੱਖ ਲਿਓ। ਇਹਨਾਂ ਨੇ ਫੋਕਸ ਕੀਤਾ ਸੀ ਪਬਲਿਕ ਸੈਕਟਰ ਅਤੇ ਰੈਪਿਡ ਇੰਡਸਟਰੀਲਾਈਜੇਸ਼ਨ। ਅਤੇ ਇਹ ਕਿਹੜੇ ਮੋਡਲ 'ਤੇ ਬੇਸ ਹੈ, ਮਹਾਲੈਨੋਬਿਸ ਮੋਡਲ ਦੇ ਉੱਤੇ ਬੇਸਡ ਹੈ, ਠੀਕ ਹੈ। ਜਦੋਂ ਇਹ 5 ਈਅਰ ਪਲਾਨ ਆਇਆ ਸੀ ਤਾਂ ਉਸ ਟਾਈਮ ਕਿ 5 ਕੀ ਹੈ ਸਟੀਲ ਪਲਾਂਟ ਬਣਾਏ ਗਏ ਨੇ। ਇੱਕ ਤਾਂ ਬਿਲਾਹੀ ਦੇ ਵਿੱਚ ਬਣਾਇਆ, ਦੁਰਗਾਪੁਰ, ਰੋਰੇਕਲਾ, ਇਹਨਾਂ ਦੇ ਵਿੱਚ 5 ਕੀ ਨੇ 3 ਜਗ੍ਹਾ 'ਤੇ ਸਟੀਲ ਪਲਾਂਟ ਬਣਾਏ ਗਏ ਨੇ। ਜਿਹੜਾ ਬਿਲਾਹੀ ਸਟੀਲ ਪਲਾਂਟ ਬਣਾਇਆ ਇਹ ਰਸ਼ੀਆ ਦੀ ਹੈਲਪ ਨਾਲ ਬਣਾਇਆ, ਦੁਰਗਾਪੁਰ ਬਣਾਇਆ ਗਿਆ ਸੀ ਬ੍ਰਿਟੇਨ ਦੀ ਹੈਲਪ ਨਾਲ, ਅਤੇ ਰੋਰੇਕਲਾ ਬਣਾਇਆ ਅਸੀਂ ਵੈਸਟ ਜਰਮਨੀ ਦੀ ਹੈਲਪ ਨਾਲ, ਠੀਕ ਹੈ। ਉਸ ਤੋਂ ਬਾਅਦ ਅਸੀਂ 3rd 5 ਈਅਰ ਪਲਾਨ 'ਤੇ ਆਉਣੇ ਆ। 3rd 5 ਈਅਰ ਪਲਾਨ ਦੀ ਜਿਹੜੀ ਡੇਟ ਹੈ ਧਿਆਨ ਨਾਲ ਦੇਖੋ 1961 ਤੋਂ 1966 ਹੈ। ਇਹ ਕਿਹੜੇ ਮੋਡਲ ਦੇ ਉੱਤੇ ਬੇਸਡ ਹੈ, ਜੋਹਨ ਸੈਂਡੀ ਐਂਡ ਸੁਖਮੋਏ ਚੱਕਰਬਰਤੀਜ਼ ਮੋਡਲ ਦੇ ਉੱਤੇ ਬੇਸਡ ਹੈ। ਇਹਨੂੰ ਕੀ ਹੈ ਗੜਗਿਲ ਯੋਜਨਾ ਵੀ ਕਿਹਾ ਜਾਂਦਾ ਹੈ। ਇਹ ਕੀ ਹੈ ਜਿਹੜਾ ਪਲਾਨ ਹੈ ਤੀਜਾ ਪਲਾਨ ਹੈ ਫੇਲ ਹੋ ਚੁੱਕਿਆ ਸੀ। ਕਿਉਂ ਹੋ ਚੁੱਕਿਆ ਸੀ? ਕਿਉਂਕਿ ਦੇਖੋ 1962 ਦੇ ਵਿੱਚ ਆਪਣੀ ਚੀਨ ਨਾਲ ਕੀ ਹੈ ਯੁੱਧ ਹੋਇਆ ਹੈਗਾ, ਅਤੇ 1965 ਦੇ ਵਿੱਚ ਆਪਣਾ ਕੀ ਹੈ ਪਾਕਿਸਤਾਨ ਨਾਲ ਯੁੱਧ ਹੋਇਆ। ਤਾਂ 2 ਯੁੱਧ ਹੋਏ ਸੀਗੇ ਇੰਡੀਆ ਦੇ, ਜਿਹਦੇ ਕਰਕੇ ਕੀ ਹੈ ਇੰਡੀਆ ਦੀ ਜਿਹੜੀ ਮੈਂ ਕਹਿੰਦੀ ਹਾਂ ਵੀ ਲੋਕ ਕੀ ਭੁੱਖੇ ਮਰਨ ਲੱਗ ਗਏ ਸੀ ਯੁੱਧ ਦੇ ਵਿੱਚ। ਇੰਨੀ ਜ਼ਿਆਦਾ ਕਿ ਨੁਕਸਾਨ ਹੋ ਗਿਆ ਸੀ ਬਹੁਤ ਜ਼ਿਆਦਾ, ਠੀਕ ਹੈ। ਫਿਰ 1966 ਤੋਂ ਬਾਅਦ ਇਹਨਾਂ ਨੇ ਕੀ ਹੈ 3 ਸਾਲ ਦਾ ਪਲਾਨ ਹੌਲੀਡੇ ਕਰਤਾ ਵੀ ਹੁਣ ਅਸੀਂ ਕੋਈ ਵੀ 5 ਈਅਰ ਪਲਾਨ ਨਹੀਂ ਲੈ ਕੇ ਆਉਂਦੇ। ਇਹਨਾਂ ਨੇ ਇਹ ਕਹਿਤਾ ਸੀ, ਠੀਕ ਹੈ। ਅਤੇ ਇਸ ਜਦੋਂ ਇਹ ਚੱਲ ਰਿਹਾ ਸੀ 3rd 5 ਈਅਰ ਪਲਾਨ ਸੀ, ਕਈ ਚੀਜ਼ਾਂ ਵਧੀਆ ਵੀ ਹੋਈਆਂ ਨੇ। ਕਿਹੜੀਆਂ ਚੀਜ਼ਾਂ ਵਧੀਆ ਹੋਈਆਂ ਨੇ? ਪਹਿਲੀ ਤਾਂ ਪੰਚਾਇਤੀ ਇਲੈਕਸ਼ਨ ਸਟਾਰਟ ਹੋ ਗਈਆਂ ਸੀਗੀਆਂ। ਉਸ ਤੋਂ ਬਾਅਦ ਰੂਪੀ ਦੀ ਵੈਲਿਊ ਸੀ ਡੀਵੈਲਿਊਡ ਫॉर ਦਾ ਫਸਟ ਟਾਈਮ ਇਨ 1966। ਉਸ ਤੋਂ ਬਾਅਦ ਸਟੇਟ ਇਲੈਕਟ੍ਰਿਸਿਟੀ ਬੋਰਡ ਐਂਡ ਸਟੇਟ ਸੈਕੰਡਰੀ ਐਜੂਕੇਸ਼ਨ ਬੋਰਡਸ ਬਣਾਏ ਗਏ ਨੇ। ਲੋਕਲ ਰੋਡ ਬਿਲਡਿੰਗ ਬਿਕਮ ਸਟੇਟ ਰਿਸਪੋਂਸੀਬਿਲਟੀ, ਠੀਕ ਹੈ। ਇਹ ਚੀਜ਼ਾਂ ਕੀ ਵਧੀਆ ਹੋਈਆਂ ਸੀ। ਵੈਸੇ ਇਹ ਫੇਲ ਹੋ ਚੁੱਕੀ ਸੀ ਜਿਹੜੀ 3rd 5 ਈਅਰ ਪਲਾਨ ਹੈ। ਹੁਣ ਮੈਂ ਤੈਨੂੰ ਰੀਜ਼ਨ ਵੀ ਦੱਸਤਾ। 1962 ਅਤੇ 1965 ਦੇ ਵਿੱਚ ਆਪਣੀ ਕੀ ਹੈ ਯੁੱਧ ਹੋਇਆ ਸੀ ਜਿਹੜਾ। ਉਸ ਤੋਂ ਬਾਅਦ ਪਲਾਨ ਹੌਲੀਡੇ ਆਇਆ। ਪਲਾਨ ਹੌਲੀਡੇ ਦੇ ਵਿੱਚ ਕੀ 1966 67 ਅਤੇ 68 69 ਇਹ 3 ਕੀ ਹੈ ਉਹਨਾਂ ਨੇ ਇੱਕ ਸਾਲ ਦੇ ਫਿਰ ਪਲਾਨ ਬਣਾ ਲਏ। ਉਹਦੇ ਵਿੱਚ ਕੀ ਹੋਇਆ ਸੀ ਆਪਣਾ ਤੁਹਾਨੂੰ ਪਤਾ ਹੀ ਹੈ ਗ੍ਰੀਨ ਰੈਵੋਲਿਊਸ਼ਨ ਆਈ ਹੈਗੀ, ਜਿਹਦੇ ਵਿੱਚ ਕਿ ਹਾਈ ਜਿਹੜੇ ਆਪਾਂ ਯੀਲਡ ਸੀਡ ਸੀ ਫਰਟੀਲਾਈਜ਼ਰ ਯੂਜ਼ ਕਰਕੇ ਹੈ ਨਾ ਆਪਾਂ ਨੇ ਵਧੀਆ ਫਸਲਾਂ ਦਾ ਕੀ ਹੈ ਚੰਗੀ ਫਸਲ ਅਨਾਜ ਦੇ ਵਧੀਆ ਉਤਪਾਦਨ ਕਰ ਲਿਆ ਸੀ, ਜਿਹਦੇ ਨਾਲ ਇੰਡੀਆ ਦੇ ਵਿੱਚ ਗ੍ਰੀਨ ਰੈਵੋਲਿਊਸ਼ਨ ਆਈ ਸੀ, ਠੀਕ ਹੈ। ਉਸ ਤੋਂ ਬਾਅਦ ਤਾਂ ਪਲਾਨ ਹੌਲੀਡੇ ਹੋ ਗਿਆ। ਹੁਣ ਅਸੀਂ 4th 5 ਈਅਰ ਪਲਾਨ 'ਤੇ ਆਉਣੇ ਆ। 4th 5 ਈਅਰ ਪਲਾਨ ਦੀ ਹੁਣ ਟਾਈਮਿੰਗ ਨੋਟ ਕਰ ਲਓ। ਦੇਖੋ 1969 ਤੋਂ ਲੈ ਕੇ 1974 ਤੱਕ, ਠੀਕ ਹੈ। ਇਹ ਐਟ ਦਿਸ ਟਾਈਮ ਕੌਣ ਸੀਗੇ PM ਕੌਣ ਸੀਗਾ? ਇੰਦਰਾ ਗਾਂਧੀ PM ਸੀਗੇ, ਠੀਕ ਹੈ। PM ਜਿਹੜੀ ਇੰਦਰਾ ਗਾਂਧੀ ਸੀ ਇਹਨੇ ਕੀ ਕੀਤਾ ਸੀਗਾ 14 ਬੈਂਕਾਂ ਨੂੰ ਕੀ ਕੀਤਾ ਨੈਸ਼ਨਲਾਈਜ਼ ਕਰਤਾ ਸੀ। ਅਤੇ ਗ੍ਰੀਨ ਰੈਵੋਲਿਊਸ਼ਨ ਇਨ ਇੰਡੀਆ, ਐਡਵਾਂਸਡ ਐਗਰੀਕਲਚਰ, ਇਹਨਾਂ ਦੇ 5 ਈਅਰ ਪਲਾਨ ਦੇ ਵਿੱਚ ਵਧੀਆ ਗ੍ਰੀਨ ਰੈਵੋਲਿਊਸ਼ਨ ਆਈ ਹੋਈ ਸੀ, ਵਧੀਆ ਕੰਮ ਚੱਲ ਰਿਹਾ ਸੀਗਾ, ਠੀਕ ਹੈ। GDP ਦੇ ਵਿੱਚ ਵਾਧਾ ਹੋਇਆ ਸੀ। ਉਸ ਤੋਂ ਬਾਅਦ ਇਹਨਾਂ ਦੇ ਟਾਈਮ 'ਤੇ ਇੱਕ ਹੋਰ ਹੋਇਆ 1976 ਦੇ ਵਿੱਚ। 18 ਮਈ 1974 ਦੇ ਵਿੱਚ ਕੀ ਹੈ ਪੋਖਰਨ ਨਾਂ ਦੀ ਜਗ੍ਹਾ 'ਤੇ ਇੱਕ ਐਕਸਪੈਰੀਮੈਂਟ ਹੋਇਆ ਸੀ ਸਮਾਈਲਿੰਗ ਬੁੱਢਾ, ਠੀਕ ਹੈ। ਇਹ ਤੁਸੀਂ ਇੰਨਾ ਕੁ ਬਸ ਯਾਦ ਰੱਖ ਲਿਓ। ਬਾਹਲਾ ਡੀਪ ਤੁਸੀਂ ਜਾਣਾ ਤਾਂ ਫਿਰ ਤੁਸੀਂ ਕੋਈ YouTube 'ਤੇ ਵੀਡੀਓ ਦੇਖ ਲਿਓ ਇਹਦੀ ਵੀ ਜਿਹੜਾ ਐਕਸਪੈਰੀਮੈਂਟ ਹੋਇਆ। ਬਾਕੀ ਮੋਟਾ ਜਿਹਾ ਯਾਦ ਰੱਖ ਲਿਓ। ਪੋਖਰਨ ਦੇ ਵਿੱਚ 18 ਮਈ 1976 ਨੂੰ ਕੀ ਹੈ ਐਕਸਪੈਰੀਮੈਂਟ ਹੋਇਆ ਸੀਗਾ। ਉਸ ਤੋਂ ਬਾਅਦ 5th 5 ਈਅਰ ਪਲਾਨ 1974 ਤੋਂ 1978 ਦੇ ਵਿੱਚ
ਇਹਨਾਂ ਨੇ ਇਹਦਾ ਮੇਨ ਫੋਕਸ ਕੀ ਸੀਗਾ, ਲੇਡ ਸਟ੍ਰੈਸ ਔਨ ਇੰਪਲੋਇਮੈਂਟ, ਪੋਵਰਟੀ ਐਲੀਵੇਸ਼ਨ ਐਂਡ ਜਸਟਿਸ। ਠੀਕ ਹੈ, ਇਹ ਕਿਹੜੇ ਮਾਡਲ ਦੇ ਉੱਤੇ ਬੇਸ ਹੈਗਾ, ਡੀ ਆਧਾਰ ਮਾਡਲ ਦੇ ਉੱਤੇ ਬੇਸ ਹੈ। ਕੁਐਸਚਨ ਆਇਆ ਹੋਇਆ ਡੀ ਆਧਾਰ ਮਾਡਲ ਦੇ ਬੇਸ ਕਿਹੜਾ 5 ਈਅਰ ਪਲਾਨ ਹੈ, 5th 5 ਈਅਰ ਪਲਾਨ ਹੈ 1976 ਤੋਂ ਲੈ ਕੇ 1978 ਤੱਕ ਦਾ। ਠੀਕ ਹੈ, ਇਹਨਾਂ ਨੇ ਇਹ ਜਿਹੜਾ 1978 ਦਾ ਜਿਹੜਾ ਪਲਾਨ ਹੈ, ਜਦੋਂ ਨਿਊਲੀ ਇਲੈਕਟਡ ਹੋਏ ਸੀ ਮੋਰਾਰਜੀ ਦੇਸਾਈ। ਠੀਕ ਹੈ, ਮੋਰਾਰਜੀ ਦੇਸਾਈ ਨੂੰ ਜਦੋਂ ਕੀ ਹੈ ਇਲੈਕਟਡ ਵੋਟਾਂ ਦੇ ਵਿੱਚ ਕੀ ਜਿੱਤੇ ਸੀ, ਤਾਂ ਇਹਨਾਂ ਨੇ ਕੀ ਹੈ 5 ਈਅਰ ਪਲਾਨ ਨੂੰ ਕੀ ਕਰਦਾ ਸੀਗਾ, ਰਿਜੈਕਟ ਕਰਦਾ ਸੀ। ਇਹ ਕਹਿੰਦੇ ਅਸੀਂ ਵੀ ਆਪਦਾ ਹੀ ਲੈ ਕੇ ਆਵਾਂਗੇ। ਇਹਨਾਂ ਨੇ ਫਿਰ ਗਰੀਬੀ ਹਟਾਓ ਦਾ ਸਲੋਗਨ ਲੈ ਕੇ ਆਏ ਸੀ, ਇੰਡੀਅਨ ਨੈਸ਼ਨਲ ਹਾਈਵੇ ਸਿਸਟਮ ਨਾਲ ਇਹਨਾਂ ਨੇ ਇੰਟਰੋਡਿਊਸ ਕੀਤਾ। ਅਤੇ ਇਹਨਾਂ ਨੇ ਕਿਹਾ ਸੀ ਕਿ ਇਹ MNP ਇਹਨਾਂ ਨੇ ਇੰਟਰੋਡਿਊਸ ਕੀਤਾ। ਠੀਕ ਹੈ, ਇਹਨਾਂ ਨੇ 5 ਈਅਰ ਪਲਾਨ ਨੂੰ ਕੀ ਕਰਤਾ, ਰਿਜੈਕਟ ਕਰਤਾ ਸੀ 1978 ਦੇ ਵਿੱਚ। ਉਸ ਤੋਂ ਬਾਅਦ ਰੋਲਿੰਗ ਪਲਾਨ ਆਇਆ। ਇਹ ਰੋਲਿੰਗ ਪਲਾਨ ਕੌਣ ਲੈ ਕੇ ਆਇਆ, ਜਨਤਾ ਪਾਰਟੀ। ਜਨਤਾ ਪਾਰਟੀ ਆਈ, ਰਿਜੈਕਟਡ ਦਾ 5 ਈਅਰ ਪਲਾਨ ਐਂਡ ਇੰਟਰੋਡਿਊਸ ਦਾ 6th 5 ਈਅਰ ਪਲਾਨ। ਇਹਨਾਂ ਨੇ ਰਿਜੈਕਟ ਕਰਤਾ 5 ਈਅਰ ਪਲਾਨ ਨੂੰ। ਇਹਨਾਂ ਨੇ ਕਿਹਾ ਵੀ ਅਸੀਂ ਆਪਦਾ ਨਵਾਂ 6th 5 ਈਅਰ ਪਲਾਨ ਲੈ ਕੇ ਆਵਾਂਗੇ, ਪਰ ਇਹਨਾਂ ਨੇ ਕੋਈ ਡੇਟ ਮੈਂਸ਼ਨ ਨਹੀਂ ਕੀਤੀ, ਇਸ ਕਰਕੇ ਬਟ ਕੋਈ ਵੀ ਇਹਨਾਂ ਨੇ ਡੇਟ ਦਿੱਤੀ ਨਹੀਂ। ਠੀਕ ਹੈ, ਇਸ ਕਰਕੇ ਉਹਨਾਂ ਤੋਂ ਬਾਅਦ ਜਦੋਂ 1980 ਦੇ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਆਈ, ਤਾਂ ਉਹਨਾਂ ਨੇ ਕੀ ਕੀਤਾ, ਜਨਤਾ ਪਾਰਟੀ ਦੀ ਜਿਹੜਾ ਇਹ ਪਲਾਨ ਸੀ ਉਹਨੂੰ ਰਿਜੈਕਟ ਕਰਤਾ। ਠੀਕ ਹੈ, 1980 ਦੇ ਵਿੱਚ। ਅਤੇ ਉਹ ਆਪਦਾ 1980 ਦੇ ਵਿੱਚ ਕੀ ਹੈ ਜਿਹੜੀ ਕਾਂਗਰਸ ਸੀ, ਉਹ ਆਪਦਾ 5 ਈਅਰ ਪਲਾਨ ਲੈ ਕੇ ਆਈ ਹੈ, 6th 5 ਈਅਰ ਪਲਾਨ ਲੈ ਕੇ ਆਈ ਹੈ 1980 ਤੋਂ 1985 ਦੇ ਵਿੱਚ। ਇਹਨਾਂ ਨੇ ਇਹਦਾ ਮੁੱਖ ਜਿਹੜਾ ਕੀ ਹੈ ਮੇਨ ਫੋਕਸ ਕੀਤਾ ਹੈਗਾ, ਦ ਨੈਸ਼ਨਲ ਬੈਂਕ ਫॉर ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ ਵਾਜ਼ ਐਸਟੈਬਲਿਸ਼ਡ ਫॉर ਡਿਵੈਲਪਮੈਂਟ ਆਫ ਰੂਰਲ ਏਰੀਆਜ਼। ਇਟ ਵਾਜ਼ ਐਸਟੈਬਲਿਸ਼ਡ ਔਨ 12 ਜੁਲਾਈ 1982 ਔਨ ਦ ਰਿਕਮੈਂਡੇਸ਼ਨ ਆਫ ਸ਼ਿਵਰਾਮਨ ਕਮੇਟੀ। ਪੇਂਡੂ ਖੇਤਰਾਂ ਅਤੇ ਖੇਤੀਬਾੜੀ ਦੇ ਵਿੱਚ ਕੀ ਹੈ ਡਿਵੈਲਪਮੈਂਟ ਕਰਨ ਦੇ ਲਈ ਨੈਸ਼ਨਲ ਬੈਂਕ ਬਣਾਇਆ ਗਿਆ 12 ਜੁਲਾਈ 1982 ਨੂੰ। ਕਿਹਦੀ ਰਿਕਮੈਂਡੇਸ਼ਨ 'ਤੇ ਬਣਾਇਆ ਗਿਆ ਸੀ, ਸ਼ਿਵਰਾਮਨ ਕਮੇਟੀ ਦੀ। ਠੀਕ ਹੈ, ਸਿਫਾਰਿਸ਼ 'ਤੇ ਕੀ ਹੈ ਬਣਾਇਆ ਗਿਆ 12 ਜੁਲਾਈ 1982 ਦੇ ਵਿੱਚ। ਠੀਕ ਹੈ, ਉਸ ਤੋਂ ਬਾਅਦ ਫੈਮਿਲੀ ਪਲੈਨਿੰਗ ਵਾਜ਼ ਆਲਸੋ ਐਕਸਪੈਂਡਡ ਇਨ ਆਰਡਰ ਟੂ ਪ੍ਰੀਵੈਂਟ ਓਵਰ ਪਾਪੂਲੇਸ਼ਨ। 6 ਬੈਂਕਸ ਵਰ ਨੈਸ਼ਨਲਾਈਜ਼, ਅਤੇ 6 ਹੋਰ ਬੈਂਕਾਂ ਨੂੰ ਕੀ ਕਰਤਾ ਸੀ, ਨੈਸ਼ਨਲਾਈਜ਼ ਕਰਤਾ ਸੀ। ਉਸ ਤੋਂ ਬਾਅਦ 7th 5 ਈਅਰ ਪਲਾਨ ਆਇਆ, ਜਿਹੜਾ ਕਿ 1985 ਤੋਂ 1990 ਦੇ ਵਿੱਚ ਆਇਆ ਹੈਗਾ। ਕੌਣ ਲੈ ਕੇ ਆਇਆ ਸੀ, ਇਹਨੂੰ ਜਵਾਹਰ ਰੋਜ਼ਗਾਰ ਯੋਜਨਾ ਨਾਲ ਵੀ ਇੰਟਰੋਡਿਊਸ ਕੀਤਾ ਗਿਆ ਹੈਗਾ। ਕਾਂਗਰਸ ਪਾਰਟੀ ਲੈ ਕੇ ਆਈ ਹੈ। ਉਸ ਟਾਈਮ ਕੀ ਰਾਜੀਵ ਗਾਂਧੀ ਕਿਸੇ PM ਸੀਗੇ। ਉਸ ਟਾਈਮ ਕੀ ਗਰੋਥ ਰੇਟ ਸੀਗਾ ਜਿਹੜਾ 6.01% ਸੀਗਾ। ਉਸ ਤੋਂ ਬਾਅਦ ਐਨੂਅਲ ਪਲਾਨਸ ਆਏ ਨੇ 1990 ਅਤੇ 1992 ਦੇ ਵਿੱਚ। ਇਹ ਐਨੂਅਲ ਪਲਾਨਸ ਕਿਉਂ ਆਏ ਸੀ, ਕਿਉਂਕਿ ਮੈਂ ਪਿਛਲੀ ਵੀਡੀਓ ਦੇ ਵਿੱਚ LPG ਨੂੰ ਪੂਰੀ ਤਰ੍ਹਾਂ ਕੰਸੈਪਟ ਨੂੰ ਕੀ ਹੈ ਐਕਸਪਲੇਨ ਕੀਤਾ ਹੈ। ਜੇ ਕਿਸੇ ਨੇ ਨਹੀਂ ਦੇਖੀ ਤਾਂ ਪਿਛਲੀ ਵੀਡੀਓ ਦੇਖ ਲਿਓ। ਇਹਦੇ ਵਿੱਚ LPG ਜੀ ਡਾਕਟਰ ਮਨਮੋਹਨ ਸਿੰਘ ਜੀ ਲੈ ਕੇ ਆਏ ਸੀ। LPG ਦੇ ਨਾਲ ਕੀ ਸੀ, ਜਿਹੜਾ ਸਾਡੇ ਕਰਜ਼ੇ ਦੇ ਵਿੱਚ ਫਸਿਆ ਪਿਆ ਸੀ ਭਾਰਤ, ਉਹ ਕੀ ਹੈ ਉਹਨਾਂ ਦਾ ਲੈਵਲ ਉੱਚਾ ਚੁੱਕਿਆ ਗਿਆ ਸੀ। ਤਾਂ ਇਸ ਕਰਕੇ ਇਹਨਾਂ ਦੇ ਵਿੱਚ ਹੈਰਾਨੀਜਨਕ ਵਾਧਾ ਹੈ। ਇਸ ਕਰਕੇ ਉਹ ਕਹਿੰਦੇ ਵੀ ਅਸੀਂ 5 ਈਅਰ ਪਲਾਨ ਨਹੀਂ ਲੈ ਕੇ ਆਉਂਦੇ, ਹਜੇ ਅਸੀਂ ਕੀ ਹੈ ਐਨੂਅਲ ਪਲਾਨ ਹੀ ਲਿਆਉਣੇ ਆ 1990 ਤੋਂ 1992 ਤੱਕ ਦੇ। ਤਾਂ ਇਸ ਕਰਕੇ ਐਨੂਅਲ ਪਲਾਨ ਆਏ ਸੀਗੇ। ਉਸ ਤੋਂ ਬਾਅਦ ਕੀ ਹੈ 8th 5 ਈਅਰ ਪਲਾਨ ਆਇਆ 1992 ਤੋਂ 1997 ਦੇ ਵਿੱਚ। ਇਹਦੀ ਤੁਸੀਂ ਡੇਟ ਯਾਦ ਰੱਖਣੀ ਹੈ। ਅਤੇ ਉਸ ਤੋਂ ਬਾਅਦ ਇਹ ਆਇਆ ਇੰਡੀਆ ਬਿਕੇਮ ਦਾ ਮੈਂਬਰ ਆਫ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਔਨ January 1, 1995 ਦੇ ਵਿੱਚ। ਉਦੋਂ ਕੀ ਹੈ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦਾ ਮੈਂਬਰ ਬਣ ਗਿਆ ਸੀ। 8th 5 ਈਅਰ ਪਲਾਨ ਦੇ ਵਿੱਚ ਗਰੋਥ ਰੇਟ ਕੀ ਸੀਗਾ 6.8% ਸੀ। ਅਗੇਨਸਟ ਦਾ ਟਾਰਗੇਟ ਗਰੋਥ ਰੇਟ ਕੀ ਹੈ 5.6। ਵੀ ਅਸੀਂ ਜਿਹੜਾ ਟਾਰਗੇਟ ਰੱਖਿਆ ਸੀ ਉਹ ਤਾਂ 5.6% ਦਾ ਰੱਖਿਆ, ਪਰ ਸਾਨੂੰ ਅਚੀਵ ਕਿੰਨਾ ਹੋਇਆ 6.8% ਵਿੱਚ, ਮਤਲਬ ਵੱਧ ਅਚੀਵ ਹੋਇਆ ਸਾਨੂੰ GDP ਦੇ ਵਿੱਚ ਰੇਟ। ਉਸ ਤੋਂ ਬਾਅਦ 9th 5 ਈਅਰ ਪਲਾਨ ਆਇਆ। ਇਹਦੀ ਤੁਸੀਂ ਇੰਨਾ ਕੁ ਯਾਦ ਰੱਖਣਾ ਹੈ 1997 ਤੋਂ 2002 ਦੇ ਵਿੱਚ ਆਇਆ। ਕੌਣ ਲੈ ਕੇ ਆਇਆ ਸੀ, ਉਸ ਟਾਈਮ PM ਹੈਗੇ ਸੀ ਅਟਲ ਬਿਹਾਰੀ ਵਾਜਪਾਈ। ਅਤੇ ਦਿਸ ਪਲਾਨਸ ਕੇਮ ਆਫਟਰ 15 ਈਅਰਸ ਆਫ ਇੰਡੀਅਨ ਇੰਡੀਪੈਂਡੈਂਸ। 50 ਸਾਲ ਬਾਅਦ ਆਇਆ ਆਜ਼ਾਦੀ, ਭਾਰਤ ਦੀ ਆਜ਼ਾਦੀ ਤੋਂ ਬਾਅਦ 9th 5 ਈਅਰ ਪਲਾਨ 1997 ਤੋਂ 2002 ਦੇ ਵਿੱਚ। ਉਸ ਤੋਂ ਬਾਅਦ ਆਇਆ 10th 5 ਈਅਰ ਪਲਾਨ 2002 ਤੋਂ 2007 ਦੇ ਵਿੱਚ। ਪਾਵਰਟੀ ਰਿਡਿਊਸ ਹੋ ਗਈ ਸੀ, ਅਤੇ 5% ਪਾਵਰਟੀ ਰਿਡਿਊਸ ਹੋਈ ਹੈ 10th 5 ਈਅਰ ਪਲਾਨ ਦੇ ਵਿੱਚ 2002 ਤੋਂ ਲੈ ਕੇ 2007 ਤੱਕ ਦਾ ਸੀ। ਉਸ ਤੋਂ ਬਾਅਦ ਆਇਆ 11th 5 ਈਅਰ ਪਲਾਨ, ਜਿਹੜਾ ਕਿ 2007 ਤੋਂ 2012 ਤੱਕ ਸੀ। ਇਹਨੂੰ ਮਨਮੋਹਨ ਸਿੰਘ ਜੀ ਸੀਗੇ PM ਬਣ ਗਏ ਸੀਗੇ। ਠੀਕ ਹੈ, ਉਹਨਾਂ ਨੇ ਕੀ ਹੈ ਡਿਸਟੈਂਸ ਐਜੂਕੇਸ਼ਨ 'ਤੇ ਫੋਕਸ ਕੀਤਾ, ਨੋਨ ਫਾਰਮਲ ਐਜੂਕੇਸ਼ਨ 'ਤੇ ਫੋਕਸ ਕੀਤਾ, ਅਤੇ IT ਐਜੂਕੇਸ਼ਨਲ ਇੰਸਟੀਟਿਊਸ਼ਨ ਦੇ ਉੱਤੇ ਕੀ ਬਣਾਏ ਸੀਗੇ ਉਹਨਾਂ ਨੇ। ਟਾਰਗੇਟ ਫਿਕਸ ਟੂ ਪ੍ਰੋਵਾਈਡ ਕਲੀਨ ਡਰਿੰਕਿੰਗ ਵਾਟਰ ਫॉर ਆਲ ਬਾਈ 2009, ਏਮਡ ਟੂ ਇਨਕਰੀਜ਼ ਦਾ ਇਨਰੋਲਮੈਂਟ ਇਨ ਹਾਇਰ ਐਜੂਕੇਸ਼ਨ ਆਫ 18 to 23 ਈਅਰਸ ਆਫ ਏਜ ਗਰੁੱਪ ਬਾਈ 2011 to 12। ਠੀਕ ਹੈ, ਇਹ ਇਹਨਾਂ ਦਾ ਮਨਮੋਹਨ ਸਿੰਘ ਜੀ ਨੇ ਕੀ ਫੋਕਸ ਰੱਖਿਆ ਸੀ। ਮਤਲਬ ਜਿਹੜੀ ਅੱਜ ਕੱਲ੍ਹ ਅਸੀਂ ਡਿਸਟੈਂਸ ਐਜੂਕੇਸ਼ਨ ਲੈ ਰਹੇ ਹਾਂਗੇ, ਉਹ ਫੋਕਸ ਕਿਹਨੇ ਕਰਵਾਈ ਸੀਗੀ, ਮਨਮੋਹਨ ਸਿੰਘ ਜੀ, ਜਦੋਂ ਕਿ ਪ੍ਰਧਾਨ ਮੰਤਰੀ ਬਣੇ ਸੀਗੇ। ਕਦੋਂ ਬਣੇ ਸੀ 2007 ਤੋਂ ਲੈ ਕੇ 2012 ਦੇ ਵਿੱਚ।
11th 5 ਈਅਰ ਪਲਾਨ ਦੇ ਵਿੱਚ। ਉਸ ਤੋਂ ਬਾਅਦ 12th 5 ਈਅਰ ਪਲਾਨ ਆਉਂਦਾ ਹੈਗਾ ਏਮਡ ਟੂ ਰਿਮੂਵ ਜੈਂਡਰ ਐਂਡ ਸੋਸ਼ਲ ਗੈਪ ਇਨ ਸਕੂਲ ਇਨਰੋਲਮੈਂਟ। ਇਹਨਾਂ ਦਾ ਮੇਨ ਫੋਕਸ ਸੀ 2007 ਤੋਂ 2012 ਦੇ ਵਿੱਚ ਆਇਆ ਹੈ 12th 5 ਈਅਰ ਪਲਾਨ to create 50 nanometer New York opportunities in the non-farm sector, to reduce malnutrition among the children aged 0 to 3 years, to provide electricity to all the villages, to ensure that 50% of the rural population have access to proper drinking water, ठीक है, to provide across the banking services to 90% of the household, ठीक है। ये 11th 12th 5 ਈਅਰ ਪਲਾਨ ਦੇ ਵਿੱਚ ਕੀ ਇਹ ਸਾਰਾ ਕੁਛ ਇਹਨਾਂ ਦੇ ਏਮ ਰੱਖੇ ਹੋਏ ਸੀ। 12th 5 ਈਅਰ ਪਲਾਨ ਤੋਂ ਬਾਅਦ ਕੋਈ ਵੀ 13th 5 ਈਅਰ ਪਲਾਨ ਨਹੀਂ ਆਇਆ। ਉੱਥੇ ਕੀ ਹੈ ਨੀਤੀ ਆਯੋਗ ਦੀ ਕੀ ਸਟਾਰਟ ਹੋ ਗਈ ਸੀ। ਨੀਤੀ ਆਯੋਗ ਆਪਾਂ ਨੇ ਪਹਿਲਾਂ ਕਰ ਲਿਆ ਅਤੇ ਉਸ ਤੋਂ ਬਾਅਦ ਇਹਨਾਂ ਨੇ ਜਿਹੜਾ ਕਰੰਟ ਦੱਸਿਆ ਹੋਇਆ ਹੈਗਾ ਇਹਨੇ ਕਿਹਾ ਵੀ ਜਿਹੜਾ ਡਿਫੈਂਸ ਡਿਪਾਰਟਮੈਂਟ ਹੈ ਉਹਦੇ ਵਿੱਚ ਕੀ ਹੈ ਅੱਜ ਵੀ 13th 5 ਈਅਰ ਪਲਾਨ ਚੱਲ ਰਿਹਾ ਹੈ ਡਿਫੈਂਸ ਪਲਾਨਸ ਦੇ ਵਿੱਚ, ਠੀਕ ਹੈ। ਬਟ ਪਲੈਨਿੰਗ ਕਮਿਸ਼ਨ ਤਾਂ ਡਿਸੋਲਵ ਹੋ ਗਿਆ ਸੀਗਾ। ਉਸ ਤੋਂ ਬਾਅਦ ਬੈਂਕਿੰਗ ਪ੍ਰੀ ਇੰਡੀਪੈਂਡੈਂਸ ਇੰਡੀਆ। ਆਜ਼ਾਦੀ ਤੋਂ ਪਹਿਲਾਂ ਜਿਹੜਾ ਬੈਂਕਾਂ ਦਾ ਕੰਮ ਸੀ ਉਹ ਕਿਸ ਤਰੀਕੇ ਨਾਲ ਸੀ। ਆਜ਼ਾਦੀ ਤੋਂ ਪਹਿਲਾ ਬੈਂਕ ਬਣਿਆ ਸੀਗਾ 1770 ਦੇ ਵਿੱਚ। ਬੈਂਕ ਆਫ ਹਿੰਦੁਸਤਾਨ ਕਿੱਥੇ ਬਣਿਆ ਸੀ? ਕਲਕੱਤਾ ਦੇ ਵਿੱਚ, ਠੀਕ ਹੈ। ਉਸ ਤੋਂ ਬਾਅਦ ਆਫਟਰ ਦੈਟ ਬਹੁਤ ਸਾਰੇ ਬੈਂਕ ਬਣੇ ਸੀ ਪਰ ਉਹ ਸਕਸੈਸਫੁਲ ਨਹੀਂ ਹੋ ਸਕੇ, ਜਿਵੇਂ ਕਿ ਜਨਰਲ ਬੈਂਕ ਆਫ ਇੰਡੀਆ ਬਣਿਆ, ਆਊਧ ਕਮਰਸ਼ੀਅਲ ਬੈਂਕ 1881 ਦੇ ਵਿੱਚ, ਠੀਕ ਹੈ। ਉਸ ਤੋਂ ਬਾਅਦ ਜਿਹੜੇ ਹੁਣ ਤੱਕ ਜਿਹੜੇ ਸਕਸੈਸਫੁਲ ਵੀ ਹੋਏ ਅਤੇ ਅੱਜ ਵੀ ਚੱਲ ਰਹੇ ਨੇ। ਇਲਾਹਾਬਾਦ ਬੈਂਕ ਓਲਡੈਸਟ ਬੈਂਕ ਹੈ, 1865 ਦੇ ਵਿੱਚ ਬਣਿਆ ਸੀ। PNB 1894 ਦੇ ਵਿੱਚ ਬਣਿਆ ਜਿਹਦਾ ਹੈੱਡਕੁਆਟਰ ਲਾਹੌਰ ਹੈ। ਬੈਂਕ ਆਫ ਇੰਡੀਆ 1906 ਦੇ ਵਿੱਚ ਬਣਿਆ ਹੈ। ਬੈਂਕ ਆਫ ਬੜੌਦਾ 1908, ਸੈਂਟਰਲ ਬੈਂਕ ਆਫ ਇੰਡੀਆ 1911 ਦੇ ਵਿੱਚ, ਠੀਕ ਹੈ। ਉਸ ਤੋਂ ਬਾਅਦ ਵਾਈਲ ਸਮ ਅਦਰ ਲਾਈਕ ਬੈਂਕ ਜਿਵੇਂ ਕਿ ਬੈਂਕ ਆਫ ਬੰਗਾਲ, ਬੈਂਕ ਆਫ ਬੰਬੇ, ਬੈਂਕ ਆਫ ਮਦਰਾਸ, ਇਹ ਸਾਰਿਆਂ ਨੂੰ ਮਰਜ ਕਰਕੇ ਇੱਕ ਸਿੰਗਲ ਬੈਂਕ ਬਣਾ ਤਾ ਸੀ ਜਿਹਨੂੰ ਕਹਿੰਦੇ ਸੀ ਅਮੈਰੀਕਨ ਬੈਂਕ ਆਫ ਇੰਡੀਆ। IBI ਜਿਹੜਾ ਕੀ ਹੈ ਅੱਜ ਕੱਲ੍ਹ ਸਟੇਟ ਬੈਂਕ ਆਫ ਇੰਡੀਆ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਜਿਹੜਾ ਕਿ 1955 ਦੇ ਵਿੱਚ ਕੀ ਹੈ ਇਹਨਾਂ ਨੂੰ ਰੀਨੇਮ ਕਰਤਾ ਸੀਗਾ, ਠੀਕ ਹੈ। ਉਸ ਤੋਂ ਬਾਅਦ ਇਨ ਅਪ੍ਰੈਲ 1935 ਦੇ ਵਿੱਚ ਰਿਜ਼ਰਵ ਬੈਂਕ ਆਫ ਇੰਡੀਆ ਹੈ ਜਿਹੜਾ ਕਿ ਬਣਾਇਆ ਹੈ। ਇਹ ਕਿਹਦੀ ਸਿਫਾਰਿਸ਼ 'ਤੇ ਬਣਿਆ ਹੈਗਾ? ਕਿਹਦੀ ਰਿਕਮੈਂਡੇਸ਼ਨ 'ਤੇ ਬਣਿਆ ਹੈਗਾ? ਹਿਲਟਨ ਯੰਗ ਕਮਿਸ਼ਨ ਦੇ ਵਿੱਚ। RBI ਐਕਟ ਇਨ 1934, ਠੀਕ ਹੈ। ਹੁਣ ਅਸੀਂ ਰਿਜ਼ਰਵ ਬੈਂਕ ਆਫ ਇੰਡੀਆ ਦੇ ਬਾਰੇ ਕੀ ਹੈ ਜਿਹੜੇ ਮੇਨ ਪੁਆਇੰਟ ਨੇ ਉਹ ਦੇਖਦੇ ਹਾਂ। ਰਿਜ਼ਰਵ ਬੈਂਕ ਆਫ ਇੰਡੀਆ ਨੂੰ ਕੀ ਕਿਹਾ ਜਾਂਦਾ? ਬੈਂਕਰਜ਼ ਬੈਂਕ, ਇੰਡੀਆ ਸੈਂਟਰਲ ਬੈਂਕ, ਲਾਸਟ ਰਿਜ਼ੋਰਟ ਅਤੇ ਰੈਗੂਲੇਟਰੀ ਬੋਡੀ। ਇਹਦਾ ਹੈੱਡਕੁਆਟਰ ਕਿੱਥੇ ਹੈ? ਮੁੰਬਈ ਦੇ ਵਿੱਚ ਹੈ। ਅਰਲੀਅਰ ਇਨ ਕਲਕੱਤਾ ਇਨ 1935। ਪਹਿਲਾਂ ਕਿੱਥੇ ਸੀਗਾ? 1935 ਦੇ ਵਿੱਚ ਕਲਕੱਤਾ ਦੇ ਵਿੱਚ ਸੀ, ਬਾਅਦ 'ਚੋਂ ਇਹਨੂੰ ਸ਼ਿਫਟ ਕਰਤਾ ਮੁੰਬਈ ਦੇ ਵਿੱਚ 1937 ਦੇ ਵਿੱਚ। ਇਸਟੈਬਲਿਸ਼ਡ ਕਦੋਂ ਹੋਇਆ RBI? 1935 ਦੇ ਵਿੱਚ। ਗਵਰਨਰ ਕੌਣ ਸੀ? ਸ਼ਾਂਤੀਕਾਂਤ ਦਾਸ। ਕੰਸੈਪਟ ਆਫ RBI ਇਨ ਦਾ ਬੁੱਕ। ਜਿਹੜਾ ਕੰਸੈਪਟ ਆਫ RBI ਬੁੱਕ ਹੈ ਇਹ ਕਿਹਦੀ ਹੈ ਕਿ ਦ ਪ੍ਰੋਬਲਮ ਆਫ ਦਾ ਰੂਪੀਜ਼, ਇਟਸ ਓਰੀਜਨ ਐਂਡ ਇਟਸ ਸੋਲਿਊਸ਼ਨ। ਇਹ RBI ਦੀ ਰਿਲੇਟਡ ਬੁੱਕ ਹੈ, ਠੀਕ ਹੈ, ਜਿਹਦੇ ਵਿੱਚ ਕਿ ਕੰਸੈਪਟ ਦਿੱਤਾ ਹੋਇਆ RBI ਦਾ। RBI ਵਾਜ਼ ਇਸਟੈਬਲਿਸ਼ ਫੋਲੋਇੰਗ ਦਾ ਰਿਜ਼ਰਵ ਬੈਂਕ ਆਫ ਇੰਡੀਆ ਐਕਟ ਆਫ, ਕਿਹੜੇ ਐਕਟ ਦੇ ਅਧੀਨ ਬਣੇ? RBI 1934 ਦੇ। ਉਸ ਤੋਂ ਬਾਅਦ ਇਨ 1926 ਦਾ ਹਿਲਟਨ ਯੰਗ ਕਮਿਸ਼ਨ ਰਿਕਮੈਂਡਡ ਦਾ ਸੈਟਿੰਗ ਅਪ ਆਫ ਦਾ ਰਿਜ਼ਰਵ ਬੈਂਕ ਆਫ ਇੰਡੀਆ ਕਮਿਸ਼ਨ ਇਜ਼ ਆਲਸੋ ਨੋਨ ਜਿਹੜਾ ਆਪਣੇ ਕੋਲ ਹਿਲਟਨ ਯੰਗ ਕਮਿਸ਼ਨ ਨੂੰ ਰਾਇਲ ਕਮਿਸ਼ਨ ਵੀ ਕਹਿੰਦੇ ਸੀ, ਠੀਕ ਹੈ। ਇਹ ਇਹਦਾ ਬਸ ਮੇਨ ਪੁਆਇੰਟ ਸੀਗੇ, ਠੀਕ ਹੈ। ਉਸ ਤੋਂ ਬਾਅਦ ਥੋੜ੍ਹੇ ਬਹੁਤੇ ਹੋਰ ਦੇਖ ਲਏ। ਇਹਦੇ ਅੰਡਰ ਜਿਹੜੇ ਕਿਹੜੇ ਡਿਪਟੀ ਕਮਿਸ਼ਨਰ ਕੌਣ ਕੰਮ ਕਰਦਾ ਹੈਗਾ? 4 ਤਾਂ ਡਿਪਟੀ ਗਵਰਨਰ ਹੁੰਦੇ ਨੇ, 2 ਫਾਈਨੈਂਸ ਮਿਨਿਸਟਰੀਜ਼ ਰਿਪਰੈਜ਼ੈਂਟ ਹੁੰਦੇ ਨੇ, 10 ਕੀ ਹੁੰਦੇ ਨੇ? ਗੌਰਮੈਂਟ ਨੋਮੀਨੇਟਡ ਡਾਇਰੈਕਟਰਸ ਹੁੰਦੇ ਨੇ, 4 ਡਾਇਰੈਕਟਰ ਹੂ ਰਿਪਰੈਜ਼ੈਂਟ ਲੋਕਲ ਬੋਰਡਸ ਫॉर ਮੁੰਬਈ, ਕੋਲਕਾਤਾ, ਚੇਨਈ ਐਂਡ ਦਿੱਲੀ, ਠੀਕ ਹੈ। ਇਹ ਇਹਦੇ ਅੰਡਰ ਕੀ RBI ਦੇ ਵਿੱਚ ਕੰਮ ਕਰਦੇ ਨੇ ਜਿਹੜੇ ਮੇਨ ਨੇਗੇ। ਉਸ ਤੋਂ ਬਾਅਦ ਇਟ ਇਜ਼ ਅ ਮੈਂਬਰ ਆਫ ਦਾ ਏਸ਼ੀਅਨ ਕਲੀਅਰਿੰਗ ਯੂਨੀਅਨ ਦਾ ਮੈਂਬਰ ਹੁੰਦਾ ਹੈਗਾ। ਗੌਰਮੈਂਟ ਆਫ ਇੰਡੀਆ ਅਪੋਇੰਟ ਦਾ ਡਾਇਰੈਕਟਰਸ ਆਫ RBI ਫੋਰ ਈਅਰ। ਹੁਣ ਇਹਨਾਂ ਦੇ ਜਿਹੜੇ ਅਪੋਇੰਟ ਕਰਦੇ ਨੇ ਕਿੰਨੇ ਟਰਮ ਹੁੰਦੀ ਹੈ ਇਹਨਾਂ ਦੀ? 4 ਸਾਲ ਲਈ ਇਹਨਾਂ ਨੂੰ ਅਪੋਇੰਟ ਕੀਤਾ ਜਾਂਦਾ ਹੈਗਾ। ਕਰੰਟ ਟਾਈਮ ਜਿਹੜਾ ਡਿਪਟੀ ਗਵਰਨਰ ਹੈ ਉਹ ਹੈਗਾ ਮਹੇਸ਼ ਕੁਮਾਰ ਜੈਨ। ਅਤੇ ਇਹਨਾਂ ਨੇ ਕਿਹਾ ਨਾ 4 ਡਿਪਟੀ ਗਵਰਨਰ ਹੁੰਦੇ ਨੇ। ਪਹਿਲਾ ਹੈਗਾ ਮਹੇਸ਼ ਕੁਮਾਰ ਜੈਨ, ਦੂਜਾ ਹੈਗਾ M ਰਾਜੇਸ਼ਵਰ ਰਾਓ, ਤੀਜਾ ਹੈਗਾ ਮਾਈਕਲ ਪੱਤਰਾ ਐਂਡ T ਰਵੀ ਸ਼ੰਕਰ, ਠੀਕ ਹੈ। ਪਹਿਲਾ ਗਵਰਨਮੈਂਟ ਆਫ RBI ਕੌਣ ਸੀਗਾ? ਸਰ ਔਸਬੋਰਨ ਸਮਿਥ। ਫਸਟ ਇੰਡੀਅਨ ਗਵਰਨਰ ਸੀਗਾ CD ਦੇਸ਼ਮੁਖ। ਇਹ ਤਾਂ ਵੀ RBI ਦਾ ਜਿਹੜਾ ਬਣਾਇਆ ਸੀ ਇਹਨਾਂ ਨੇ ਗਵਰਨਰ ਬਣਾਇਆ ਸੀਗਾ ਇਹ ਤਾਂ ਸਰ ਔਸਬੋਰਨ ਸਮਿਥ ਸੀਗਾ। ਇਹ ਇੰਡੀਆ ਦਾ ਹੈ ਨਹੀਂ ਸੀਗਾ, ਪਰ ਜਦੋਂ ਇੰਡੀਆ ਦਾ ਬਣਿਆ ਉਹ ਕੌਣ ਸੀਗਾ? CD ਦੇਸ਼ਮੁਖ ਬਣਿਆ। ਪਹਿਲੀ ਡਿਪਟੀ ਗਵਰਨਰ ਕੌਣ ਸੀਗੀ? ਵੂਮੈਨ
KG ਉਦੇਸ਼ੀ ਤੇ ਓਨਲੀ PM ਹੂ ਹੋਲਡ ਦੀ ਪੋਜੀਸ਼ਨ ਆਫ ਦਾ ਗਵਰਨਰ ਆਫ RBI ਗਵਰਨਰ ਦੇ ਉੱਤੇ ਕਿਹੜਾ PM ਰਹਿ ਚੁੱਕਿਆ? ਡਾਕਟਰ ਮਨਮੋਹਨ ਸਿੰਘ। ਤੇ ਇੱਥੇ ਹੀ ਕੀ ਹੈ ਜਿਹੜੀ ਸਾਡੀ ਇਕਨੋਮੀ ਹੈ ਅਸੀਂ ਫੁੱਲ ਕੀ ਹੈ ਕੰਪਲੀਟ ਕਰ ਲਈ। ਜਿਨ੍ਹਾਂ ਨੇ ਪਹਿਲੀ ਵੀਡੀਓ ਨਹੀਂ ਦੇਖੀ ਉਹ ਵੀ ਦੇਖ ਲਿਓ, ਇੰਨੀ ਸਫੀਸ਼ੀਐਂਟ ਹੈ ਮੈਨੂੰ ਲੱਗਦਾ ਹੈ। ਜਿੱਥੋਂ ਤੱਕ ਕਾਫੀ ਸਾਰੀ ਰਿਵੀਜ਼ਨ ਕੀਤੀ ਹੈ ਉਹ ਵੀ ਕੁਇਕ ਕੀਤੀ ਹੈ। ਇੱਕ ਵਾਰ ਫੇਰ ਦੇਖ ਲਿਓ ਵੀਡੀਓ ਤੇ ਤੁਹਾਨੂੰ ਸਾਰੀ ਕੀ ਹੈ ਯਾਦ ਰਹੂਗੀ ਪੇਪਰ ਦੇ ਵਿੱਚ। ਥੈਂਕਸ ਫॉर ਵਾਚਿੰਗ। ਸ਼ੇਅਰ ਜ਼ਰੂਰ ਕਰਿਓ ਆਪਣੇ ਫਰੈਂਡਸ ਨਾਲ ਅਤੇ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ। ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਕਰਕੇ ਦੱਸਿਓ। ਥੈਂਕ ਯੂ ਫॉर ਵਾਚਿੰਗ।